हेलो स्टूडेंट्स, वेलकम टू हिस्ट्री क्लास। ਅੱਜ ਅਸੀਂ ਨਵਾਂ ਪ੍ਰਸ਼ਨ ਸ਼ੁਰੂ ਕਰਾਂਗੇ। ਅੱਜ ਦਾ ਕੁਐਸਚਨ ਹੈ 1857 ਈਸਵੀ ਦੇ ਵਿਦਰੋਹ ਦੇ ਕਾਰਨਾਂ ਦੀ ਚਰਚਾ ਕਰੋ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਇਸ ਵਾਰ ਦੇ ਲਈ। ਤੁਹਾਨੂੰ ਯਾਦ ਹੋਣਾ 1757 ਈਸਵੀ ਦੇ ਪਲਾਸੀ ਯੁੱਧ ਦੇ ਬਾਅਦ ਭਾਰਤ ਵਿੱਚ ਅੰਗਰੇਜ਼ੀ ਰਾਜ ਦੀ ਸਥਾਪਨਾ ਹੋਈ ਸੀ। ਅੰਗਰੇਜ਼ਾਂ ਨੇ ਆਪਣੇ ਕਾਰਜਾਂ ਨਾਲ ਕੁਝ ਅਜਿਹੇ ਸੁਧਾਰ ਕੀਤੇ ਜਿਹਦੇ ਨਾਲ ਭਾਰਤੀ ਲੋਕ ਉਹਨਾਂ ਦੇ ਵਿਰੋਧੀ ਹੋ ਗਏ। ਇਸ ਤਰ੍ਹਾਂ 1757 ਈਸਵੀ ਦੇ ਪਲਾਸੀ ਯੁੱਧ ਦੇ ਪੂਰੇ 100 ਸਾਲ ਦੇ ਬਾਅਦ ਅੰਗਰੇਜ਼ਾਂ ਦੇ ਵਿਰੁੱਧ ਭਾਰਤੀਆਂ ਨੇ ਵਿਦਰੋਹ ਕੀਤਾ ਸੀ। ਇਸ ਤਰ੍ਹਾਂ 29 ਮਾਰਚ 1857 ਈਸਵੀ ਨੂੰ ਅੰਗਰੇਜ਼ਾਂ ਦੇ ਵਿਰੁੱਧ ਬੈਰਕਪੁਰ ਕਲਕੱਤੇ ਤੋਂ ਸ਼ੁਰੂ ਹੋਇਆ ਵਿਦਰੋਹ ਜਲਦੀ ਹੀ ਪੂਰੇ ਭਾਰਤ ਵਿੱਚ ਫੈਲ ਗਿਆ। ਇਸ ਵਿਦਰੋਹ ਦਾ ਤਤਕਾਲੀਨ ਕਾਰਨ ਚਰਬੀ ਵਾਲੇ ਕਾਰਤੂਸ ਸਨ, ਪਰੰਤੂ ਇਸ ਦੇ ਲਈ ਹੋਰ ਅਨੇਕ ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ ਕਾਰਨਾਂ ਨੂੰ ਜ਼ਿੰਮੇਦਾਰ ਮੰਨਿਆ ਜਾਂਦਾ ਹੈ। ਸਾਡੇ ਸਿਲੇਬਸ ਦੇ ਵਿੱਚ ਕੇਵਲ ਸਮਾਜਿਕ, ਰਾਜਨੀਤਿਕ, ਆਰਥਿਕ, ਧਾਰਮਿਕ ਅਤੇ ਤਤਕਾਲੀਨ ਕਾਰਨ ਹੀ ਹਨ। ਇਸ ਲਈ ਅਸੀਂ ਇੱਕ ਇੱਕ ਕਰਕੇ ਇਹਨਾਂ ਦੀ ਚਰਚਾ ਕਰਾਂਗੇ। ਅੱਜ ਦੀ ਕਲਾਸ ਵਿੱਚ ਕੇਵਲ ਅਸੀਂ ਰਾਜਨੀਤਿਕ ਕਾਰਨਾਂ ਦੀ ਗੱਲ ਕਰਾਂਗੇ। ਇਹਨਾਂ ਵਿੱਚ ਪਹਿਲਾ ਕਾਰਨ ਹੈ ਅੰਗਰੇਜ਼ਾਂ ਦੀ ਸਾਮਰਾਜਵਾਦੀ ਨੀਤੀ। ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਅਪਣਾਈ ਗਈ ਸਾਮਰਾਜਵਾਦੀ ਨੀਤੀ 1857 ਈਸਵੀ ਦੇ ਵਿਦਰੋਹ ਦਾ ਮੁੱਖ ਕਾਰਨ ਬਣੀ। ਇਸ ਸਾਮਰਾਜਵਾਦ ਨੀਤੀ ਦੀ ਸ਼ੁਰੂਆਤ ਲਾਰਡ ਕਲਾਈਵ ਨੇ ਪਲਾਸੀ ਅਤੇ ਬਕਸਰ ਦੀ ਲੜਾਈ ਵਿੱਚ ਜਿੱਤ ਪ੍ਰਾਪਤ ਕਰਕੇ ਕੀਤੀ ਸੀ। ਇਸ ਦੇ ਬਾਅਦ ਭਾਰਤ ਆਉਣ ਵਾਲੇ ਗਵਰਨਰ ਜਨਰਲਾਂ ਦੇ ਵਿੱਚ ਭਾਰਤੀ ਖੇਤਰਾਂ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਿਲ ਕਰਨ ਦੇ ਲਈ ਇੱਕ ਹੋੜ ਜੀ ਲੱਗ ਗਈ ਸੀ। ਲਾਰਡ ਵੈਲੇਜ਼ਲੀ ਨੇ ਸਹਾਇਕ ਸੰਧੀ ਦੁਆਰਾ ਭਾਰਤ ਦੀ ਅਨੇਕ ਮਹੱਤਵਪੂਰਨ ਰਿਆਸਤਾਂ ਨੂੰ ਆਪਣੇ ਪ੍ਰਭਾਵ ਵਿੱਚ ਲੈ ਲਿਆ ਸੀ। ਅਸਲ ਵਿੱਚ ਇਸ ਸੰਧੀ 'ਤੇ ਦਸਤਖਤ ਕਰਨ ਵਾਲੇ ਭਾਰਤੀ ਸ਼ਾਸਕਾਂ ਨੇ ਆਪਣੀ ਸੁਤੰਤਰਤਾ ਖੋ ਦਿੱਤੀ ਸੀ। ਲਾਰਡ ਹੈਸਟਿੰਗਸ ਅਤੇ ਲਾਰਡ ਐਲਨਬਰੋ ਨੇ ਅੰਗਰੇਜ਼ੀ ਸਾਮਰਾਜ ਦੇ ਪ੍ਰਸਾਰ ਦੀ ਨੀਤੀ ਨੂੰ ਜਾਰੀ ਰੱਖਿਆ। ਲਾਰਡ ਡਲਹੌਜੀ ਤਾਂ ਸਾਰੀ ਸੀਮਾਵਾਂ ਹੀ ਪਾਰ ਕਰ ਗਿਆ। ਉਸਨੇ ਲੈਪਸ ਦੇ ਸਿਧਾਂਤ ਨੂੰ ਲਾਗੂ ਕਰਕੇ ਸਤਾਰਾ, ਸੰਬਲਪੁਰ, ਉਦੈਪੁਰ, ਝਾਂਸੀ, ਜੈਤਪੁਰ, ਬਾਘਾਟ ਅਤੇ ਨਾਗਪੁਰ ਦੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ। ਲੈਪਸ ਦੇ ਸਿਧਾਂਤ ਨੇ ਭਾਰਤ ਵਾਸੀਆਂ ਦੇ ਸ਼ਤਾਬਦੀਆਂ ਤੋਂ ਪੁੱਤਰ ਗੋਦ ਲੈਣ ਦੇ ਅਧਿਕਾਰ ਨੂੰ ਸਮਾਪਤ ਕਰ ਦਿੱਤਾ ਸੀ। ਇਸ ਤੋਂ ਇਲਾਵਾ ਡਲਹੌਜੀ ਨੇ ਜਿੱਤਾਂ ਦੁਆਰਾ ਬੁਰੇ ਪ੍ਰਬੰਧ ਦੇ ਆਧਾਰ 'ਤੇ ਅਤੇ ਉਪਾਧੀਆਂ ਤੇ ਪੈਨਸ਼ਨਾਂ ਨੂੰ ਬੰਦ ਕਰਕੇ ਵੀ ਭਾਰਤ ਦੀ ਕਈ ਰਿਆਸਤਾਂ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਸੀ। ਅੰਗਰੇਜ਼ਾਂ ਦੀ ਇਸ ਸਾਮਰਾਜਵਾਦੀ ਨੀਤੀ ਦੇ ਕਾਰਨ ਭਾਰਤੀ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਹੋ ਗਏ ਅਤੇ ਉਹਨਾਂ ਨੇ ਅੰਗਰੇਜ਼ਾਂ ਤੋਂ ਬਦਲਾ ਲੈਣ ਦੀ ਸੋਚ ਲਈ, ਜਿਸ ਕਰਕੇ 1857 ਈਸਵੀ ਦਾ ਵਿਦਰੋਹ ਸ਼ੁਰੂ ਹੋਇਆ। ਦੂਜਾ ਪੁਆਇੰਟ ਹੈ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦਾ ਅਪਮਾਨ। ਅੰਗਰੇਜ਼ਾਂ ਨੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਾ ਜੋ ਅਪਮਾਨ ਕੀਤਾ, ਉਸ ਦੇ ਨਾਲ ਦੇਸ਼ ਵਿੱਚ ਬੜਾ ਅਸੰਤੋਸ਼ ਫੈਲਿਆ। ਆਪਣੇ ਸ਼ੁਰੂਆਤੀ ਸਾਲਾਂ ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸ਼ਾਸਕ ਗੁਪਤ
ਮੁਗਲ ਬਾਦਸ਼ਾਹਾਂ ਦਾ ਬੜਾ ਸਨਮਾਨ ਕਰਦੇ ਸਨ ਅਤੇ ਉਹਨਾਂ ਨੂੰ ਬਹੁਮੁੱਲ ਨਜ਼ਰਾਨੇ ਭੇਟ ਕਰਦੇ ਸਨ। ਪਰੰਤੂ ਜਿਵੇਂ ਜਿਵੇਂ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦੀਆਂ ਜੜ੍ਹਾਂ ਮਜ਼ਬੂਤ ਹੁੰਦੀ ਚਲੀ ਗਈਆਂ, ਉਵੇਂ ਉਵੇਂ ਅੰਗਰੇਜ਼ਾਂ ਦਾ ਮੁਗਲ ਬਾਦਸ਼ਾਹ ਦੇ ਪ੍ਰਤੀ ਦ੍ਰਿਸ਼ਟੀਕੋਣ ਵੀ ਬਦਲਦਾ ਚਲਾ ਗਿਆ। 1837 ਈਸਵੀ ਵਿੱਚ ਬਹਾਦਰ ਸ਼ਾਹ ਜ਼ਫਰ ਜਦੋਂ ਮੁਗਲਾਂ ਦਾ ਨਵਾਂ ਬਾਦਸ਼ਾਹ ਬਣਿਆ ਤੇ ਅੰਗਰੇਜ਼ਾਂ ਨੇ ਉਸ ਦੇ ਪ੍ਰਤੀ ਕੋਈ ਸਨਮਾਨ ਪ੍ਰਗਟ ਨਾ ਕੀਤਾ, ਇੱਥੋਂ ਤੱਕ ਕਿ ਉਸ ਨੂੰ ਨਜ਼ਰਾਨਾ ਵੀ ਭੇਟ ਨਾ ਕੀਤਾ ਗਿਆ। ਲਾਰਡ ਡਲਹੌਜੀ ਨੇ ਇਹ ਘੋਸ਼ਣਾ ਕਰਵਾਈ ਕਿ ਬਹਾਦਰ ਸ਼ਾਹ ਜ਼ਫਰ ਦੀ ਮੌਤ ਤੋਂ ਬਾਅਦ ਉਸ ਦੀ ਸਾਰੀ ਸੰਪੱਤੀ ਤੇ ਅੰਗਰੇਜ਼ ਕਬਜ਼ਾ ਕਰ ਲੈਣਗੇ ਅਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਲਾਲ ਕਿਲ੍ਹਾ ਛੱਡਣਾ ਪਵੇਗਾ। ਇਸ ਨੂੰ ਬਹਾਦਰ ਸ਼ਾਹ ਜ਼ਫਰ ਅਤੇ ਉਸ ਦੀ ਰਾਣੀ ਜਿੰਨਤ ਮਹਿਲ ਨੇ ਆਪਣਾ ਘੋਰ ਅਪਮਾਨ ਸਮਝਿਆ। ਅੰਗਰੇਜ਼ਾਂ ਦੀ ਇਸ ਨੀਤੀ ਨਾਲ ਜਨਤਾ ਵਿੱਚ ਵੀ ਆਕਰੋਸ਼ ਫੈਲ ਗਿਆ ਅਤੇ ਜਨਤਾ ਨੇ ਅੰਗਰੇਜ਼ੀ ਸ਼ਾਸਨ ਦਾ ਅੰਤ ਕਰਨ ਦਾ ਫੈਸਲਾ ਲਿਆ। ਤੀਜਾ ਪੁਆਇੰਟ ਹੈ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ। ਬ੍ਰਿਟਿਸ਼ ਸਰਕਾਰ ਦੁਆਰਾ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ 1857 ਈਸਵੀ ਦੇ ਵਿਦਰੋਹ ਦਾ ਇੱਕ ਮਹੱਤਵਪੂਰਨ ਕਾਰਨ ਬਣਿਆ। ਨਾਨਾ ਸਾਹਿਬ ਨੂੰ ਮਹਾਰਾਸ਼ਟਰ ਵਿੱਚ ਜਾਂ ਮਰਾਠਾ ਸਾਮਰਾਜ ਵਿੱਚ ਪੇਸ਼ਵਾ ਬਾਜੀਰਾਵ ਦੂਜੇ ਨੇ ਗੋਦ ਲਿਆ ਸੀ। 1818 ਈਸਵੀ ਦੇ ਵਿੱਚ ਪੂਨਾ ਦੀ ਸੰਧੀ ਦੇ ਦੁਆਰਾ ਬ੍ਰਿਟਿਸ਼ ਸਰਕਾਰ ਨੇ ਪੇਸ਼ਵਾ ਬਾਜੀਰਾਵ ਦੂਜੇ ਅਤੇ ਉਸ ਦੇ ਉੱਤਰਾਧਿਕਾਰੀ ਨੂੰ 8 ਲੱਖ ਰੁਪਏ ਸਾਲਾਨਾ ਪੈਨਸ਼ਨ ਦੇਣ ਦਾ ਫੈਸਲਾ ਲਿਆ। ਪਰੰਤੂ ਜਦੋਂ 1851 ਈਸਵੀ ਦੇ ਵਿੱਚ ਪੇਸ਼ਵਾ ਦੀ ਮੌਤ ਹੋ ਗਈ ਤੇ ਅੰਗਰੇਜ਼ਾਂ ਨੇ ਨਾਨਾ ਸਾਹਿਬ ਨੂੰ ਉਸ ਦਾ ਉੱਤਰਾਧਿਕਾਰੀ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਪੈਨਸ਼ਨ ਵੀ ਬੰਦ ਕਰ ਦਿੱਤੀ। ਇਸ ਅਨਿਆਂ ਦੇ ਵਿਰੁੱਧ ਨਾਨਾ ਸਾਹਿਬ ਦੁਆਰਾ ਗਵਰਨਰ ਜਨਰਲ ਲਾਰਡ ਡਲਹੌਜੀ ਅਤੇ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੂੰ ਕੀਤੀ ਗਈ ਅਪੀਲਾਂ ਦੀ ਤਰਫ ਵੀ ਕੋਈ ਧਿਆਨ ਨਾ ਦਿੱਤਾ ਗਿਆ। ਸਿੱਟੇ ਵਜੋਂ ਨਾਨਾ ਸਾਹਿਬ ਬ੍ਰਿਟਿਸ਼ ਸਾਮਰਾਜ ਦਾ ਦੁਸ਼ਮਣ ਬਣ ਗਿਆ ਅਤੇ ਉਸ ਨੇ ਇਸ ਦਾ ਬਦਲਾ ਲੈਣ ਦਾ ਫੈਸਲਾ ਕਰ ਲਿਆ। ਇੱਥੋਂ ਤੱਕ ਕਿ ਉਸ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰਨ ਦੇ ਲਈ 31 ਮਈ 1857 ਈਸਵੀ ਦੀ ਤਾਰੀਖ ਵੀ ਨਿਸ਼ਚਿਤ ਕਰ ਦਿੱਤੀ ਸੀ। ਅਗਲਾ ਪੁਆਇੰਟ ਹੈ ਝਾਂਸੀ ਨੂੰ ਮਿਲਾਉਣਾ। ਝਾਂਸੀ ਦੀ ਰਾਣੀ ਲక్ష్ਮੀ ਬਾਈ ਸੀ, ਉਹ ਬੜੀ ਬਹਾਦਰ ਸੀ ਅਤੇ ਹਥਿਆਰ ਚਲਾਉਣ ਵਿੱਚ ਵੀ ਬੜੀ ਕੁਸ਼ਲ ਸੀ। 1853 ਈਸਵੀ ਦੇ ਵਿੱਚ ਝਾਂਸੀ ਦੇ ਮਹਾਰਾਜਾ ਗੰਗਾਧਰ ਰਾਵ ਦੀ ਨਿਸੰਤਾਨ ਮੌਤ ਹੋ ਗਈ, ਪਰੰਤੂ ਉਸਨੇ ਆਪਣੀ ਮੌਤ ਤੋਂ ਪਹਿਲਾਂ ਦਾਮੋਦਰ ਰਾਵ ਨਾਂ ਦੇ ਇੱਕ ਬਾਲਕ ਨੂੰ ਗੋਦ ਲੈ ਲਿਆ ਸੀ। ਡਲਹੌਜੀ ਨੇ ਦਾਮੋਦਰ ਰਾਵ ਨੂੰ ਵੈਧ ਉੱਤਰਾਧਿਕਾਰੀ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸਨੇ ਲੈਫਟ ਦੇ ਸਿਧਾਂਤ ਦੇ ਅਨੁਸਾਰ 1853 ਈਸਵੀ ਦੇ ਵਿੱਚ ਝਾਂਸੀ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰਨ ਦੀ ਘੋਸ਼ਣਾ ਕਰ ਦਿੱਤੀ। ਲਾਰਡ ਡਲਹੌਜੀ ਦੀ ਇਸ ਅਨਿਆਂਪੂਰਨ ਕਾਰਵਾਈ ਨਾਲ ਨਾ ਕੇਵਲ ਝਾਂਸੀ ਦੀ ਰਾਣੀ ਬਲਕਿ ਉੱਥੇ ਦੇ ਲੋਕਾਂ ਵਿੱਚ ਵੀ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਅਸੰਤੋਸ਼ ਦੀ ਭਾਵਨਾ ਫੈਲ ਗਈ। ਝਾਂਸੀ ਦੀ ਰਾਣੀ ਨੇ ਅੰਗਰੇਜ਼ਾਂ ਨੂੰ ਇਹ ਜਿਹਾ ਸਬਕ ਸਿਖਾਉਣ ਦਾ ਫੈਸਲਾ ਲਿਆ ਕਿ ਉਸ ਨੇ ਅੰਗਰੇਜ਼ਾਂ ਦਾ ਵਿਰੋਧ ਕਰਨ ਦੇ ਲਈ ਹਥਿਆਰ ਤੱਕ ਚੁੱਕ ਲਏ। ਇਸ ਤਰ੍ਹਾਂ ਝਾਂਸੀ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾਉਣਾ 1857 ਈਸਵੀ ਦੇ ਵਿਦਰੋਹ ਦਾ ਇੱਕ ਮੁੱਖ ਕਾਰਨ ਬਣਿਆ। ਅਗਲਾ ਪੁਆਇੰਟ ਹੈ ਅਵਧ ਦਾ ਮਿਲਾਉਣਾ ਜਾਂ ਅਵਧ ਦਾ ਵਿਲੈ। ਲਾਰਡ ਡਲਹੌਜੀ ਦੀ ਸਭ ਤੋਂ ਅਨਿਆਂਪੂਰਨ ਕਾਰਜਵਾਈ 1856 ਈਸਵੀ ਵਿੱਚ ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ ਸੀ। ਅਵਧ ਦੇ ਨਵਾਬ 1764 ਈਸਵੀ ਦੀ ਬਕਸਰ ਦੀ ਲੜਾਈ ਦੇ ਬਾਅਦ ਤੋਂ ਹੀ ਹਮੇਸ਼ਾ ਅੰਗਰੇਜ਼ੀ ਸਰਕਾਰ ਦੇ ਪ੍ਰਤੀ ਵਫਾਦਾਰ ਰਹੇ ਸਨ ਅਤੇ ਅੰਗਰੇਜ਼ਾਂ ਨੂੰ ਲੋੜ ਪੈਣ 'ਤੇ ਉਹਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਸੀ। ਇਸ ਦੇ ਬਾਵਜੂਦ ਵੀ ਲਾਰਡ ਡਲਹੌਜੀ ਨੇ
ਬੁਰੇ ਪ੍ਰਬੰਧ ਦਾ ਦੋਸ਼ ਲਾ ਕੇ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਅਵਧ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ। ਅਜਿਹਾ ਕਰਦੇ ਸਮੇਂ ਨਵਾਬ ਦੇ ਦਰਬਾਰ ਵਿੱਚ ਉਸ ਦੀ ਸੁਰੱਖਿਆ ਦੇ ਲਈ ਰੱਖੀ ਗਈ ਬ੍ਰਿਟਿਸ਼ ਸੈਨਾ ਨੇ ਹੀ ਦਰਬਾਰ ਵਿੱਚ ਲੁੱਟਪਾਟ ਕੀਤੀ। ਨਵਾਬ ਅਤੇ ਉਸ ਦੇ ਵਜ਼ੀਰ ਨੂੰ ਬੰਦੀ ਬਣਾ ਲਿਆ ਗਿਆ ਅਤੇ ਬੇਗਮਾਂ ਨੂੰ ਵੀ ਅਪਮਾਨਿਤ ਕੀਤਾ ਗਿਆ। ਇਸ ਕਾਰਵਾਈ ਨਾਲ ਅਵਧ ਦੇ ਲੋਕ ਭੜਕ ਉੱਠੇ ਅਤੇ ਉਹਨਾਂ ਨੇ ਅੰਗਰੇਜ਼ਾਂ ਤੋਂ ਇਸ ਦਾ ਬਦਲਾ ਲੈਣ ਦਾ ਸੰਕਲਪ ਲਿਆ। ਇਸ ਤਰ੍ਹਾਂ ਅਨੇਕ ਰਾਜਨੀਤਿਕ ਕਾਰਨਾਂ ਦੇ ਸਾਂਝੇ ਪ੍ਰਭਾਵ ਦੇ ਕਾਰਨ 1857 ਈਸਵੀ ਦਾ ਵਿਦਰੋਹ ਸ਼ੁਰੂ ਹੋ ਗਿਆ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅੱਜ ਅਸੀਂ 1857 ਈਸਵੀ ਦੇ ਵਿਦਰੋਹ ਵਿੱਚ ਰਾਜਨੀਤਿਕ ਕਾਰਨਾਂ ਦੀ ਚਰਚਾ ਕੀਤੀ ਹੈ। ਕੱਲ੍ਹ ਅਸੀਂ ਐਸੇ ਪ੍ਰਸ਼ਨ ਨੂੰ ਅੱਗੇ ਜਾਰੀ ਰੱਖਾਂਗੇ। ਪ੍ਰਸ਼ਨ ਦਾ ਉੱਤਰ ਕਾਫੀ ਲੰਬਾ ਹੈ, ਇਸ ਲਈ ਜੋ ਗੱਲਾਂ ਜ਼ਿਆਦਾ ਇੰਪੋਰਟੈਂਟ ਹਨ ਉਹ ਤੁਹਾਨੂੰ ਅੰਡਰਲਾਈਨ ਕਰਕੇ ਵੀ ਸ਼ੋਅ ਕੀਤੀਆਂ ਗਈਆਂ ਹਨ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਨਾਲ ਨੋਟਸ ਬਣਾਉਂਦੇ ਹੋਵੋਗੇ। ਇਹ ਪ੍ਰਸ਼ਨ ਵੱਡਾ ਜ਼ਰੂਰ ਹੈ, ਪਰੰਤੂ ਇੰਨਾ ਸਰਲ ਹੈ ਕਿ ਜੇਕਰ ਤੁਸੀਂ ਇਹਦੇ ਨੋਟਸ ਬਣਾਓਗੇ ਤਾਂ ਤੁਹਾਨੂੰ ਇਹ ਨਾਲ ਹੀ ਯਾਦ ਹੋ ਜਾਊਗਾ। ਕੱਲ੍ਹ ਫਿਰ ਮਿਲਦੇ ਹਾਂ ਐਸੇ ਪ੍ਰਸ਼ਨ ਦੇ ਨਾਲ। ਬਹੁਤ ਬਹੁਤ ਧੰਨਵਾਦ।